Hello everyone, welcome you all in your own channel Learn Everything. So ਆਪਾਂ ਕਰ ਸੀ ਡਾਇਨਾਮਿਕਸ ਪ੍ਰੋਜੈਕਟਾਈਲ ਹੋ ਚੁੱਕਾ ਵਿਦ ਦ ਸ਼ਾਰਟਕਟ ਟ੍ਰਿਕਸ ਬਹੁਤ ਈਜ਼ੀਲੀ ਸਮਝਾ ਦਿੱਤਾ ਤੁਸੀਂ ਉਹਨੂੰ ਜਾ ਕੇ ਦੇਖ ਲਿਓ ਵੀਡੀਓ ਹੋ ਜਾਣਾ. ਨਾਓ ਟੂਡੇਜ਼ ਟੌਪਿਕ ਇਜ਼ ਨਿਊਟਨਸ ਲਾ ਆਫ ਮੋਸ਼ਨ. ਯੂ ਆਰ ਮਚ ਫੈਮਿਲੀਅਰ ਵਿਦ ਦਿਸ ਟੌਪਿਕ ਬਿਕੋਜ਼ ਅਸੀਂ ਕਾਫੀ ਟਾਈਮ ਤੋਂ ਸੁਣਦੇ ਆ ਰਹੇ ਨਿਊਟਨਸ ਲਾ, ਫਰਸਟ ਲਾ, ਸੈਕੰਡ ਲਾ, ਥਰਡ ਲਾ, ਠੀਕ ਹੈ, ਪਤਾ ਹੈ ਸਾਨੂੰ. But now in mathematics how we apply this law, it is a part of physics also. ਲਾਈਕ ਨਿਊਟਨ ਦੇ 3 ਲਾ ਸੀ ਜਿਹਨਾਂ ਬਾਰੇ ਮੈਂ ਤੁਹਾਨੂੰ ਥੋੜਾ ਬਰੀਫ ਚ ਦੱਸ ਦਣੀ. ਫਰਸਟ ਲਾ ਕੀ ਕਹਿੰਦਾ ਸੀਗਾ ਕਿ ਲਾਈਕ ਕੋਈ ਚੀਜ਼ ਰੈਸਟ ਤੇ ਆ ਤੇ ਰੈਸਟ ਤੇ ਰਹੂਗੀ, ਮੋਸ਼ਨ ਤੇ ਰਹੂਗੀ ਅੰਟਿਲ ਅਸੀਂ ਉੱਤੇ ਕੋਈ ਫੋਰਸ ਨਹੀਂ ਅਪਲਾਈ ਕਰਦੇ. ਠੀਕ ਹੈ ਨਾ, ਕੋਈ ਬਾਈਕ ਜਾ ਰਹੀ ਆ ਉਹ ਮੋਸ਼ਨ ਜਦੋਂ ਤੱਕ ਤੁਸੀਂ ਉੱਤੇ ਬ੍ਰੇਕ ਨਹੀਂ ਲਗਾਓਗੇ ਰੁਕਣਾ ਥੋੜੀ ਨਾ. ਇੱਦਾਂ ਕੋਈ ਬੁੱਕ ਟੇਬਲ ਤੇ ਰੱਖੀ ਜਦੋਂ ਤੱਕ ਮੈਨੂੰ ਫੋਰਸ ਨਹੀਂ ਲਗਾਉਂਗੀ ਉਹਨੇ ਅੱਗੇ ਨਹੀਂ ਜਾਣਾ. ਠੀਕ ਆ, ਸੋ ਦਿਸ ਵਾਸ ਦਾ ਫਰਸਟ ਲਾ. ਇਟ ਇਜ਼ ਆਲਸੋ ਕਾਲਡ ਦਾ ਲਾ ਆਫ ਇਨਰਸ਼ੀਆ. ਇਨਰਸ਼ੀਆ ਬਾਰੇ ਵੀ ਤੁਹਾਨੂੰ ਪਤਾ ਕਿ ਜਿੱਦਾਂ ਫॉर ਐਗਜ਼ਾਮਪਲ ਫੈਨ ਆ ਚੱਲਦਾ ਪਿਆ, ਆਪਾਂ ਉਹਨੂੰ ਬੰਦ ਵੀ ਕਰ ਦਿੰਦੇ ਬਟ ਥੋੜੀ ਟਾਈਮ ਉਹ ਚੱਲਦਾ ਰਹਿੰਦਾ ਬਿਕੋਜ਼ ਡਿਊ ਟੂ ਇਨਰਸ਼ੀਆ. ਉਹ ਟਰਾਈ ਕਰਦਾ ਕਿ ਮੈਂ ਜਿਸ ਸਟੇਟ 'ਚ ਹੈਗਾ ਉੱਚ ਹੀ ਰਵਾਂ. ਇਹਦੀਆਂ ਬਹੁਤ ਸਾਰੀਆਂ ਐਗਜ਼ਾਮਪਲ, ਅਸੀਂ ਬੱਸ 'ਚ ਇੱਕਦਮ ਬ੍ਰੇਕ ਲੱਗਦੀ ਆ ਅਸੀਂ ਅੱਗੇ ਨੂੰ ਪੈਂਦੇ ਹੁੰਦੇ ਆ. ਕਿਉਂਕਿ ਉਹਨਾਂ ਕੀ ਹੁੰਦਾ ਸਾਡੀ ਬਾਡੀ ਮੋਸ਼ਨ 'ਚ ਹੁੰਦੀ ਆ ਤੇ ਲਾਅ ਦੇ ਅਕੋਰਡਿੰਗ ਕੀ ਹੈ ਕਿ ਉਹ ਮੋਸ਼ਨ 'ਚ ਰਹਿਣਾ ਚਾਹੁੰਦੀ, ਸਡਨਲੀ ਬ੍ਰੇਕ ਲੱਗੀ, ਬਾਡੀ ਵਾਂਟ ਟੂ ਮਤਲਬ ਕਿ ਉਹ ਮੈਂ ਮੋਸ਼ਨ 'ਚ ਹੀ ਰਵਾਂ. ਦੈਟ ਇਜ਼ ਵਾਈ ਉਹ ਥੋੜਾ ਜਿਹਾ ਰਿਐਕਟ ਕਰਦੀ ਆ ਤਾਂ ਕਿ ਮੈਂ ਆਪਣੀ ਸਟੇਟ 'ਚ ਰਵਾਂ. ਕੋਈ ਵੀ ਆਪਣੀ ਸਟੇਟ ਨਹੀਂ ਚੇਂਜ ਕਰਨਾ ਚਾਹੁੰਦਾ ਬਿਕੋਜ਼ ਜੋ ਵੀ ਹੈ ਉਹਨੂੰ ਲੱਗਦਾ ਮੈਂ ਆਪਣੀ ਸਟੇਟ ਦੇ ਵਿੱਚ ਸਟੇਬਲ ਆ. ਠੀਕ ਹੈ, ਬਟ ਜਦੋਂ ਉਹ ਚੇਂਜ ਆਂਦਾ ਥੋੜਾ ਜਿਹਾ ਉਹ ਆਪਣੀ ਉਸੇ ਸਟੇਟ ਨੂੰ ਰਿਪਰੈਜ਼ੈਂਟ ਕਰਦਾ. ਦੈਟ ਉਹ ਜਿਹੜੀ ਅੰਦਰ ਪ੍ਰੋਪਰਟੀ ਹੈ ਦੈਟ ਇਜ਼ ਕਾਲਡ ਇਨਰਸ਼ੀਆ. ਠੀਕ ਹੈ, ਦਿਸ ਇਜ਼ ਅ ਪਾਰਟ ਆਫ ਫਿਜ਼ਿਕਸ. ਥੋੜੀ ਨੌਲੇਜ ਲਈ ਆ ਤੁਹਾਨੂੰ. ਸੈਕੰਡ ਲਾ ਤੋਂ ਪਹਿਲਾਂ ਮੈਂ ਗੱਲ ਕਰਦੀ ਹਾਂ ਥਰਡ ਲਾ ਦੀ. ਥਰਡ ਲਾ ਕੀ ਕਹਿੰਦਾ, ਫॉर ਐਵਰੀ ਐਕਸ਼ਨ देयर इज इक्वल एंड ऑपोजिट रिएक्शन. ਕਿ ਜਿੱਦਾਂ ਫॉर ਐਗਜ਼ਾਮਪਲ ਮੈਂ ਕੰਧ 'ਚ ਜਿੰਨੀ ਜ਼ੋਰ ਕੇ ਬਾਲ ਮਾਰਦੀ ਉਹ ਪਿੱਛੇ ਨੂੰ ਆਉਂਦੀ ਹੈ. ਅਸੀਂ ਸਭ ਤੋਂ ਮੇਨ ਐਗਜ਼ਾਮਪਲ ਇਹ ਲੈਣੀ. ਮਤਲਬ ਅਸੀਂ ਕੋਈ ਵੀ ਰਿਐਕਸ਼ਨ, ਫॉर ਐਵਰੀ ਐਕਸ਼ਨ, ਕੋਈ ਵੀ ਐਕਸ਼ਨ ਕਰਦੇ ਆ ਉੱਥੇ ਉਨਾ ਹੀ ਆਪੋਜ਼ਿਟ ਰਿਐਕਸ਼ਨ ਹੁੰਦਾ. ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ, ਮਤਲਬ ਜਿੰਨਾ ਤੁਸੀਂ ਕਿਸੇ ਚੀਜ਼ ਤੇ ਐਕਸ਼ਨ ਕਰੋਗੇ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ ਹੋਊਗਾ. ਠੀਕ ਹੈ, ਤੇ ਦੂਸਰਾ ਇਹ ਹੁਣ ਥਿਓਰੈਟੀਕਲ ਪਾਰਟ ਕਿਉਂਕਿ ਕਈ ਵਾਰੀ ਥਿਓਰੈਟੀਕਲ 'ਚ ਵੀ ਕੁਐਸਚਨ ਆ ਜਾਂਦੇ ਆ. ਵੈਸੇ ਹਜੇ ਤੱਕ ਨਿਊਟਨ ਦੇ ਲਾਅ 'ਚ ਆਇਆ ਨਹੀਂ ਮਾਸਟਰ ਗੇਟਰ 'ਚ ਇਦਾਂ ਕੁਐਸਚਨ, ਬਟ ਜੇ ਆ ਗਿਆ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਇਸ ਚੀਜ਼ ਦੀ. ਠੀਕ ਹੈ, ਉਹ ਪਾ ਦੇਵੇ ਕਿ ਫॉर ਐਵਰੀ ਐਕਸ਼ਨ देयर इज इक्वल एंड ऑपोजिट ਰਿਐਕਸ਼ਨ. ਇਹ ਨਿਊਟਨ ਦਾ ਕਿਹੜਾ ਲਾਅ ਆ ਤੁਹਾਨੂੰ ਪਤਾ ਹੋਣਾ ਚਾਹੀਦਾ. ਇਟਸ ਨਿਊਟਨਸ ਥਰਡ ਲਾਅ. ਠੀਕ ਹੈ, ਉਸ ਤੋਂ ਬਾਅਦ ਚੱਲਦੇ ਆਪਾਂ ਸੈਕੰਡ ਲਾਅ ਤੇ. ਦਿਸ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਜਿਹੜੇ ਤੁਹਾਡੇ ਸਮ ਹੈਗੇ ਆ ਉਹ ਜਿਹੜੇ ਆ ਇਸ ਲਾਅ ਤੋਂ ਹੀ ਹੋਣੇ. ਤੇ ਇੱਕ ਹੋਰ ਗੱਲ, ਨਿਊਟਨ ਸੈਕੰਡ ਲਾਅ ਇਜ਼ ਰੀਅਲ ਲਾਅ. ਇਹ ਵੀ ਯਾਦ ਰੱਖਿਓ. ਰੀਅਲ ਲਾਅ ਕਿਉਂ ਆ? ਸੈਕੰਡ ਤੋਂ ਹੀ ਫਰਸਟ ਡਰਾਈਵ ਹੋ ਜਾਂਦਾ, ਸੈਕੰਡ ਤੋਂ ਹੀ ਥਰਡ ਵੀ ਡਰਾਈਵ ਹੋ ਜਾਂਦਾ. ਇਟਸ ਅ ਪਾਰਟ ਆਫ ਫਿਜ਼ਿਕਸ ਬਟ ਯੂ ਸ਼ੁਡ ਹੈਵ ਦ ਨੌਲੇਜ ਕਿ ਸੈਕੰਡ ਲਾਅ ਨੂੰ ਰੀਅਲ ਲਾਅ ਕਿਹਾ ਜਾਂਦਾ. ਆ ਸਕਦਾ ਨਿਊਟਨਸ ਵਿਚ ਲਾਅ ਇਜ਼ ਕਾਲਡ ਰੀਅਲ ਲਾਅ, ਮਤਲਬ ਜੋ ਰੀਅਲ ਆ ਜਿਹਦੇ ਤੋਂ ਬਾਕੀ ਡਰਾਈਵ ਹੋ ਸਕਦੇ, ਦੈਟ ਇਜ਼ ਸੈਕੰਡ ਲਾਅ. ਕੀ ਸੀਗਾ ਸੈਕੰਡ ਲਾਅ? ਸੈਕੰਡ ਲਾਅ ਐਕਚੁਅਲੀ ਕਹਿੰਦਾ ਸੀਗਾ ਕਿ ਜਿੱਦਾਂ ਫॉर ਐਗਜ਼ਾਮਪਲ ਕੋਈ ਬਾਡੀ ਆ ਉਹਦੇ ਵਿੱਚ ਜਿਹੜਾ ਚੇਂਜ ਇਨ ਮੋਮੈਂਟਮ ਕਿੰਨਾ ਹੋਏਗਾ, ਦੈਟ ਇਜ਼ ਜਿੰਨੀ ਫੋਰਸ ਹੋਏਗੀ. ਫੋਰਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਰੇਟ ਆਫ ਚੇਂਜ ਆਫ ਮੋਮੈਂਟਮ ਵਿਦ ਟਾਈਮ. ਮੋਮੈਂਟਮ ਕੀ ਹੁੰਦਾ? ਪ੍ਰੋਡਕਟ ਆਫ ਮਾਸ ਐਂਡ ਵੈਲੋਸਿਟੀ, ਜਾਂ ਫਿਰ ਮੈਂ ਸਿੰਪਲ ਭਾਸ਼ਾ 'ਚ ਕਹਾਂ ਦਾ ਟੋਟਲ ਮੋਸ਼ਨ ਕੰਟੇਨਡ ਇਨ ਏ ਬਾਡੀ. ਇੱਕ ਬਾਡੀ 'ਚ ਕਿੰਨਾ ਮੋਸ਼ਨ ਆ ਦੈਟ ਇਜ਼ ਕਾਲਡ, ਅਸੀਂ ਕਹਿੰਦੇ ਉਹਨੂੰ ਮੋਮੈਂਟਮ. ਕਿੰਨਾ ਮੋਮੈਂਟਮ ਹੋ ਸਕਦਾ? ਦੈਟ ਇਜ਼ ਕਿਹਦੇ ਇਕੁਅਲ ਟੂ ਹੁੰਦਾ? ਮਾਸ ਇਨਟੂ ਵੈਲੋਸਿਟੀ. ਠੀਕ ਹੈ, ਯਾਦ ਰੱਖਣੇ ਫਾਰਮੂਲੇ ਬਹੁਤ ਇੰਪੋਰਟੈਂਟ ਆ. ਇਹਨਾਂ ਦੇ ਬੇਸ ਤੇ ਹੀ ਨਿਊਮੈਰੀਕਲ ਹੋਣੇ ਆ. ਤੇ ਇੱਥੋਂ ਉਹਨੇ ਕਿਹਾ ਕਿ ਜਿੰਨਾ ਅਸੀਂ ਫੋਰਸ ਲਗਾਵਾਂਗੇ ਉਹ ਚੀਜ਼ ਦਾ ਉਨਾ ਹੀ ਮੋਮੈਂਟਮ ਚੇਂਜ ਹੋਏਗਾ. ਦੈਟ ਇਜ਼ ਇੱਥੋਂ ਬਣ ਗਿਆ F is equals to K dp upon dt. P ਦੀ ਮੈਂ ਇੱਥੇ ਵੈਲਿਊ ਪੁੱਟ ਕਰ ਦਿੰਨੀ ਆ. ਜੇ ਮੈਂ K1 ਕਰ ਦਵਾਂ ਤਾਂ ਇਹ ਆ ਜਾਏਗਾ dp upon dt. P ਦੀ ਵੈਲਿਊ ਪੁੱਟ ਕਰ ਦੋ, ਦੈਟ ਇਜ਼ mb. m ਮੋਰੇ ਆ ਜਾਏਗਾ ਕਿਉਂਕਿ ਮਾਸ ਹੋਣਾ ਚੇਂਜ ਹੋਏਗਾ ਟਾਈਮ ਦੇ ਨਾਲ. ਟਾਈਮ ਦੇ ਨਾਲ ਚੇਂਜ ਕੀ ਹੋਏਗੀ? ਵੈਲੋਸਿਟੀ. ਤੇ ਅਸੀਂ ਪਿਛਲੀਆਂ ਵੀਡੀਓਜ਼ ਕੀਤਾ ਹੋਇਆ dv upon dt ਕਿਹਦਾ ਫਾਰਮੂਲਾ ਹੁੰਦਾ? ਇਹ ਦਾ. ਸੋ ਇੱਥੋਂ ਫਾਰਮੂਲਾ ਕੀ ਬਣ ਗਿਆ? F is equals to ma. ਮੈਂ ਆਲਰੇਡੀ ਉੱਪਰ ਪੂਰਾ ਡਰਾਈਵ ਕੀਤਾ ਹੋਇਆ, ਇੱਥੇ ਸਮਝਾ ਦਿੱਤਾ. ਠੀਕ ਹੈ, ਮਾਸ ਤੇ ਵੈਲੋਸਿਟੀ ਸੀ ਨਾ, ਬਟ ਮਾਸ ਨਾ ਚੇਂਜ ਹੋਏਗਾ ਟਾਈਮ ਦੇ ਨਾਲ. ਮਾਸ ਤਾਂ ਉਨੇ ਦਾ ਉਨਾ ਹੀ ਰਹੇਗਾ. ਜੇ ਬਾਲ ਜਿੰਨੀ ਹੈਗੀ ਉਨੇ ਦੀ ਉਨੀ ਹੀ ਰਹੇਗੀ ਮਾਸ 'ਚ. ਉਹ ਅਸੀਂ ਮੋਰੇ ਲੈ ਆਂਦਾ ਕਿਉਂਕਿ ਉਹ ਚੇਂਜ ਨਹੀਂ ਹੋ ਸਕਦਾ. ਇਟ ਇਜ਼ ਦਾ ਕਾਂਸਟੈਂਟ ਕੁਆਂਟੀਟੀ. ਨਾਲ ਕੀ ਆ ਗਿਆ? dv upon dt. what is the dv upon dt? that is equal to acceleration. so what is force according to second law? force is mass, product of mass and acceleration. this is the important ਜਿਹੜਾ ਕੁਐਸਚਨ ਬਣੇਗਾ. ਠੀਕ ਹੈ, ਸੋ ਅਸੀਂ ਦੇਖਦੇ ਹੁਣ ਸਮ. ਇਹਦੇ ਸਮ ਬਹੁਤ ਈਜ਼ੀ ਆ. ਪਿਛਲੀਆਂ ਵੀਡੀਓਜ਼ ਤੁਹਾਨੂੰ ਉਹਲੇ ਜ਼ਰੂਰ ਦੇਖਣੀਆਂ ਪੈਣੀਆਂ ਜਿਹੜੀਆਂ ਯੂਨੀਫਾਰਮ ਐਕਸਲਰੇਸ਼ਨ ਵਾਲੀਆਂ ਆਪਾਂ ਕਰਵਾਈਆਂ ਸੀਗੀਆਂ ਕਿ v is equals to u plus at. ਇਹ ਸਾਰੀਆਂ ਜਿਹੜੀਆਂ ਇਕੁਏਸ਼ਨ ਸੀਗੀਆਂ, ਸੋ ਪਲੀਜ਼ ਕਰ ਲਿਓ. ਹੁਣ ਤਰੀਕਾ ਦੇਖ ਲਓ ਕਿੱਦਾਂ ਕੁਐਸਚਨ ਕਰਨਾ ਹੈਗਾ. ਅ ਕਾਂਸਟੈਂਟ ਫੋਰਸ ਐਕਟਿੰਗ ਔਨ ਏ ਮਾਸ. ਤੁਹਾਨੂੰ ਬਾਰ-ਬਾਰ ਦੱਸਦੀ ਜੋ ਡਾਟਾ ਸਭ ਤੋਂ ਪਹਿਲਾਂ ਉਹ ਲਿਖ ਲਿਆ ਕਰੋ. ਮਾਸ ਕਿੰਨਾ ਆ? 5 kg. ਠੀਕ ਹੈ, ਡਰੈਗਸ ਇਟ 10 ਮੀਟਰ. 10 ਮੀਟਰ ਕੀ ਹੋ ਗਿਆ? ਡਿਸਟੈਂਸ ਅਸੀਂ s ਨਾਲ ਲਿਖਦੇ ਆ. ਟਾਈਮ ਕਿੰਨਾ ਦਿੱਤਾ? 3 ਸੈਕਿੰਡ. 10 ਮੀਟਰ ਇਨ 3 ਸੈਕਿੰਡ. ਠੀਕ ਹੈ, ਉਹਨੇ ਬੋਲਿਆ ਅ ਕਾਂਸਟੈਂਟ ਫੋਰਸ ਐਕਟਿੰਗ ਔਨ ਏ ਮਾਸ. ਮਾਸ ਕਿੰਨਾ ਆ? 5 kg. 5 kg ਦੇ ਮਾਸ ਤੇ 10 ਮੀਟਰ ਉਹਨੂੰ ਡਰੈਗ ਕਰਨ ਲਈ ਕਿੰਨੇ ਸੈਕਿੰਡ ਲੱਗੇ?
3 ਸੈਕਿੰਡ ਲੱਗੇ। ਠੀਕ ਹੈ, मतलब मेरे को 5 kg ਦਾ ਕੋਈ ਮੰਨ ਲਓ ਬੈਗ ਹੈਗਾ ਜਾਂ ਮੰਨ ਲੈਣੀ ਆ, ਉਹਨੂੰ ਮੈਂ ਡਰੈਗ ਕਰਨਾ, ਕਿੰਨਾ ਡਰੈਗ ਕਰਕੇ 10 ਮੀਟਰ ਅੱਗੇ ਲੈ ਕੇ ਜਾਣਾ 3 ਸੈਕਿੰਡ ਲਈ। ਠੀਕ ਹੈ, ਤੇ ਉੱਥੇ ਉਹਨੇ ਗੱਲ ਕੀਤੀ ਆ ਫੋਰਸ ਪਤਾ ਕਰਨਾ ਕਿ ਕਿੰਨਾ ਫੋਰਸ ਲਗਾਉਣਾ ਪਏਗਾ। ਠੀਕ ਹੈ ਜੀ, ਹੁਣ ਤੁਹਾਨੂੰ ਪਤਾ ਕਿ ਫੋਰਸ ਦਾ ਦੇਖੋ ਇੱਥੇ ਮੈਂ ਤਰੀਕਾ ਦੱਸਦੀ ਹਾਂ ਨਿਊਮੈਰੀਕਲ ਸੋਲਵ ਕਰਨ ਦਾ, ਭਾਵੇਂ ਇਹ 'ਚ ਹੋਵੇ, ਭਾਵੇਂ ਫਿਜ਼ਿਕਸ 'ਚ ਹੋਵੇ, ਭਾਵੇਂ ਕੈਮਿਸਟਰੀ 'ਚ। ਡਾਟਾ ਲਿਖ ਲਿਆ, ਜੋ ਚੀਜ਼ ਚਾਹੀਦੀ ਉਹ ਵੀ ਲਿਖ ਲਿਆ, ਕੁਐਸਚਨ ਮਾਰਕ ਲਗਾ ਲਿਆ। ਹੁਣ ਜਿਹੜਾ ਐਫ ਆ, ਧਿਆਨ ਨਾਲ ਸੁਣ ਲਓ ਇਹ ਚੀਜ਼, ਐਫ ਸਾਨੂੰ ਪਤਾ ਦਾ ਫਾਰਮੂਲਾ, ਸਾਨੂੰ ਕੀ ਪਤਾ ਸਿਰਫ ਐਮ ਨੇ। ਫਿਰ ਤੁਸੀਂ ਕੀ ਕਰਨਾ, ਜਿੱਥੇ ਕੁਐਸਚਨ ਮਾਰਕ ਲਿਖਿਆ ਉਹ ਵਾਲਾ ਫਾਰਮੂਲਾ ਲਿਖ ਲਿਆ, ਐਫ ਇਜ਼ ਇਕੁਅਲ ਟੂ ਐਮ ਏ। ਹੁਣ ਤੁਸੀਂ ਦੇਖਣਾ ਜੋ ਮੈਨੂੰ ਚਾਹੀਦਾ ਨਾ, ਮੇਰੇ ਕੋ ਕੀ ਅਵੇਲੇਬਲ ਆ, ਕੀ ਮੇਰੇ ਕੋ ਮਾਸ ਅਵੇਲੇਬਲ ਹੈਗਾ, ਐਕਸਲੇਸ਼ਨ ਅਵੇਲੇਬਲ ਹੈਗੀ, ਨਹੀਂ ਹੈਗੀ, ਤਾਂ ਯਾਦ ਰੱਖਿਓ ਭਾਵੇਂ ਇਹ ਨਿਊਮੈਰੀਕਲ ਹੋਵੇ, ਦੁਨੀਆ ਦਾ ਕੋਈ ਵੀ ਨਿਊਮੈਰੀਕਲ ਹੋਵੇ, ਜੋ ਚੀਜ਼ ਜਿਹੜੀ ਅਵੇਲੇਬਲ ਨਹੀਂ ਹੈਗੀ ਉਹ ਪੱਕਾ ਗਿਵਨ ਡਾਟੇ ਤੋਂ ਤੁਹਾਨੂੰ ਮਿਲ ਜਾਣੀ। ਬਸ ਇਹ ਧਿਆਨ ਰੱਖਿਓ, ਜਿੱਦਾਂ ਮੈਂ ਫੋਰਸ ਦਾ ਕੁਐਸਚਨ ਮਾਰਕ ਲਗਾ ਲਿਆ, ਮੈਂ ਕੀ ਪਤਾ ਕਰਨਾ, ਫੋਰਸ ਫਾਰਮੂਲਾ ਲਿਖ ਲਿਆ, ਡਾਟੇ 'ਚ ਮੇਰੇ ਕੋ ਮਾਸ ਹੈਗਾ, ਐਕਸਲੇਸ਼ਨ ਨਹੀਂ ਹੈਗੀ, ਹੁਣ ਐਕਸਲੇਸ਼ਨ ਜਿਹੜਾ ਡਾਟਾ ਬਚ ਗਿਆ ਉਹਦੇ ਤੋਂ ਨਿਕਲ ਜਾਣੀ। ਠੀਕ ਆ ਜੀ, ਇਹਦਾ ਇਹੀ ਹੀ ਤਰੀਕਾ ਹੁੰਦਾ ਕਰਨ ਦਾ। ਠੀਕ ਆ, ਸੋ ਹੁਣ ਦੇਖੋ ਇਹ ਤੇ ਤੁਸੀਂ ਦੇਖੋ ਪਤਾ ਕੀ ਕਰਨਾ, ਮੈਂ ਐਕਸਲੇਸ਼ਨ ਐਸ ਹੈਗਾ ਤੇ ਟੀ ਹੈਗਾ, ਕਿਹੜਾ ਫਾਰਮੂਲਾ ਹੁੰਦਾ, ਜਿਵੇਂ ਤੁਹਾਨੂੰ ਇਕੁਏਸ਼ਨ ਯਾਦ ਕਰਾਵਾਂ ਕੀਤੇ ਸੀ, v is equals to u plus at, v square minus u square equal to 2as, s is equals to ut plus half at square। ਤਾਂ ਕਿਹੜੀ ਲੱਗੇਗੀ ਇੱਥੇ, ਧਿਆਨ ਨਾਲ ਦੇਖੋ, s t ਤੇ a, obviously ਨਾ s equal to ut plus half at square, ut plus half at square। u ਕਿੰਨਾ ਲੱਗਣਾ ਨਹੀਂ ਗਿਵਨ ਹੈਗਾ, 0 ਲਵਾਂਗੇ, s ਕਿੰਨਾ ਹੈ 10, 0 ਨੂੰ t ਨਾਲ ਮਲਟੀਪਲਾਈ ਕਰਾਂਗੇ 0 ਆ ਜਾਏਗਾ, ਹਾਫ a ਆਪਾਂ ਪਤਾ ਕਰਨੀ ਹੈ, t ਕਿੰਨੀ ਹੈ 3 ਦਾ ਸਕੁਅਰ। ਠੀਕ ਹੈ, इथो 10 इज इक्वल्स टू कितना आ जाएगा 9a/2। ठीक है, दैट इज इंप्लाइज टू a कितना आ गया साडे को 20/9। a निकल गया, ये साडे को कितना आ गया 20/9 मीटर पर सेकंड स्क्वायर। ठीक है, ਹੁਣ ਬਸ ਡਾਟਾ ਚਾਹੀਦਾ ਸੀ ਸਾਨੂੰ, ਐਫ ਪਤਾ ਕਰਨੀ ਸੀ, ਫੋਰਸ ਦਾ ਫਾਰਮੂਲਾ ਕੀ ਹੈ, ਮਾਸ ਇਨਟੂ ਐਕਸਲੇਸ਼ਨ, ਮਾਸ ਤਾਂ ਪਹਿਲੇ ਸੀ, ਐਕਸਲੇਸ਼ਨ ਹੀ ਸੀ, ਐਕਸਲੇਸ਼ਨ ਕਿੰਨੀ ਆ ਗਈ 20/9, ਕਿੰਨਾ ਆ ਗਿਆ 100/9 ਨਿਊਟਨ, ਤੁਹਾਡੇ ਕੋਲ ਆਨਸਰ ਆ ਜਾਏਗਾ। ਠੀਕ ਹੈ, ਸੋ ਇਹੀ ਵੇ ਹੈ ਨਿਊਮੈਰੀਕਲਸ ਨੂੰ ਕਰਨ ਦਾ, ਜਿਹੜਾ ਮਰਜ਼ੀ ਨਿਊਮੈਰੀਕਲ ਆ ਜਾਵੇ ਜੇ ਤੁਹਾਨੂੰ ਫਾਰਮੂਲੇ ਆਉਂਦੇ ਆ। ਠੀਕ ਹੈ, ਸੋ ਲੈਟਸ ਟੇਕ ਸਕਰੀਨਸ਼ਾਟ, ਦੈਨ ਵੀ ਮੂਵ ਟੂ ਆਵਰ ਨੈਕਸਟ ਸਮ। ਹੁਣ ਆਪਾਂ ਆਪਣਾ ਨੈਕਸਟ ਸਮ ਦੇਖਦੇ ਹਾਂ, ਅ ਬੋਡੀ ਆਫ ਮਾਸ 16 kg। ਓਕੇ, ਮਾਸ ਕਿੰਨਾ ਆ, that is 16 kg। ਓਕੇ, ਪੁੱਲਡ ਅਲੋਂਗ ਅ ਸਮੂਥ ਹੌਰੀਜ਼ੌਂਟਲ ਟੇਬਲ, ਉਹਨੂੰ ਪੁੱਲ ਕੀਤਾ ਗਿਆ ਇੱਕ ਸਮੂਥ ਹੌਰੀਜ਼ੌਂਟਲ ਟੇਬਲ ਵੱਲ। ਠੀਕ ਹੈ, ਬਾਈ ਅ ਕਾਂਸਟੈਂਟ ਫੋਰਸ, ਇੱਕ ਫੋਰਸ ਨਾਲ ਨਾ ਆਪਾਂ ਉਹਨੂੰ ਪੁੱਲ ਕੀਤਾ ਟੇਬਲ ਵੱਲ ਨੂੰ। ਇਟ ਡਿਸਕ੍ਰਾਈਬ 18 ਮੀਟਰ ਫਰੋਮ ਰੈਸਟ, रेस्ट तो गया, दैट मीन्स रेस्ट मतलब u कितनी होएगी, इनिशियल वेलोसिटी 0। ओके, कितने मीटर गया 18 मीटर, दैट इज डिस्टेंस इज 18 मीटर। ठीक है, इन 3 सेकंड, दैट इज टाइम इज 3 सेकंड, ते पता की करना, फाइंड द फोर्स। अगेन सेम ट्रिक लगानी, क्वेश्चन मार्क के लगा फोर्स ते f के इक्वल टू आ जाएगा, f इज इक्वल टू क्या आ जाएगा ma। ठीक है, फोर्स साडे को कितना आ गया एम ए, एम हैगा मेरे को 16 बट ए नहीं है। ठीक है, सो ए गिवन डाटे तो निकल जाएगा, केड़ा डाटा वही s इज इक्वल टू ut प्लस हाफ at स्क्वायर। ट्रिक वही रहनी है सारे सम सॉल्व करने दी। s कितना मेरे को 18, u 0 आ प्लस हाफ a मैं पता करना t हैगा, इथे करोगे you will get 18 is equals to 9a/2 implies to a is 36/9, that is 4 meter per second square। sorry, I get 4 meter per second square। okay, mass तो साडे को सी already 16, एक्सेलरेशन कितनी आ गई 4, that is 64 न्यूटन, ਤੁਹਾਡੇ को ਇੱਥੇ ਕਿੰਨਾ ਆ ਗਿਆ फोर्स। ठीक है, ਇਹ easy है वही वाला same way। and third question is for you, ਇਹ ਕੁਐਸਚਨ ਤੁਸੀਂ ਖੁਦ ਕਰਕੇ ਮੈਨੂੰ ਕਮੈਂਟ ਬਾਕਸ 'ਚ ਇਹਦਾ ਆਨਸਰ ਦੱਸਣਾ। ਨਿਊਟਨਸ ਦਾ ਲਾਅ 'ਚ ਵੀ ਕੁਐਸਚਨ ਆ ਜਾਂਦਾ, ਦੇਖੋ ਕਿੰਨਾ ਈਜ਼ੀ ਆ, ਸਿੰਪਲ ਵੇ ਨਾਲ ਤੇ ਮਾਸਟਰ ਗ੍ਰੇਡ 'ਚ ਕੁਐਸਚਨ ਬਣਿਆ ਹੋਇਆ ਹੈ ਤੋਂ। ਠੀਕ ਹੈ, ਕਿੰਨਾ ਈਜ਼ੀ ਆ, ਬਸ ਪਿਛਲੀਆਂ ਕੁਐਸਚਨਸ ਤੁਹਾਨੂੰ ਅਪਲਾਈ ਕਰਨੀਆਂ ਆਣੀਆਂ ਚਾਹੀਦੀਆਂ। ਜਿਹਨੂੰ ਆਹ ਵਾਲਾ ਤਰੀਕਾ ਪਤਾ ਲੱਗ ਗਿਆ ਉਹਨੂੰ ਇੱਕ ਵਾਰੀ ਇਹ ਤਰੀਕੇ ਨੂੰ ਦੇਖ ਲਓ, ਜੇ ਤੁਹਾਨੂੰ ਪੇਪਰ 'ਚ ਕੋਈ ਵੀ ਫਾਰਮੂਲਾ ਆਉਂਦਾ ਹੈ, ਫਿਜ਼ਿਕਸ ਕੈਮਿਸਟਰੀ 'ਚ ਵੀ ਨਿਊਮੈਰੀਕਲ ਆ ਗਿਆ ਨਾ, ਤੁਸੀਂ ਕਰ ਜਾਓਗੇ। ਠੀਕ ਹੈ, ਜਦੋਂ ਅੱਜ ਹੀ ਵੀਡੀਓ ਕੈਮਿਸਟਰੀ ਦੇ ਵੀ ਅਪਲੋਡ ਕੀਤੀ ਹੈ, ਉਹਦੇ ਵਿੱਚ ਡੈਂਸਿਟੀ ਦਾ ਮੈਂ ਤੁਹਾਨੂੰ ਜਿੱਦਾਂ ਕਨਸੈਪਟ ਕਰਾਇਆ ਸੀ, ਮਤਲਬ
ਮੇਰਾ ਕਹਿਣ ਦਾ ਇੱਥੇ ਮਤਲਬ ਇਹ ਆ ਕਿ ਇੱਕ ਤਰੀਕਾ ਦੇਖੋ ਕਿੱਦਾਂ ਨੂਮੈਰੀਕਲਸ ਹੁੰਦੇ ਆ ਤਾਂ ਕਿ ਉਹ ਤੁਸੀਂ ਹੋਰ ਜਗ੍ਹਾ ਵੀ ਅਪਲਾਈ ਕਰ ਸਕੋ। ਠੀਕ ਹੈ, ਵੇ ਨੂੰ ਸਮਝਣਾ ਹੈਗਾ। Third question is for you. The mass of 20 kg is acted upon by a constant force. 5 seconds produces a velocity of 15 meter per second. Find the force if mass were initially at rest. ठीक है, एक क्वेश्चन तुसी करके मेनू कमेंट बॉक्स च आंसर दसना है। ठीक है, मैं जो नैक्सट ये क्वेश्चंस करवावांगी मैं तुहानू ये क्वेश्चन भी करवा देवांगी, बट फर्स्ट तुसी ਇਹਦਾ आंसर कमेंट बॉक्स च ਮੈਨੂੰ करके दसना। तुसी अटैम्प्ट करन दी कोशिश करनी है। थोड़ा जिहा ਇਹਦੇ ਵਿੱਚ ਇਹੀ ਹੈ क्वेश्चंस ਜਿਹੜੀਆਂ याद रखियो v = u + at ਕਿਹੜੀ क्वेश्चन लगेगी ਉਹ देख लेना ਇੱਥੇ। ठीक है, ਇਹਨੂੰ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨੀ ਐਂਡ ਕਮੈਂਟ ਬਾਕਸ 'ਚ ਮੈਨੂੰ ਇਹਦਾ ਆਨਸਰ ਜ਼ਰੂਰ ਦੱਸਣਾ ਹੈ। ਬਾਕੀ ਜੇ ਤੁਹਾਨੂੰ ਵੀਡੀਓ ਪਸੰਦ ਆਏ ਲਾਈਕ ਐਂਡ ਕਮੈਂਟ ਜ਼ਰੂਰ ਕਰਿਆ ਕਰੋ, ਹੋਰਾਂ ਨਾਲ ਸ਼ੇਅਰ ਕਰੋ ਤੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਚੈਨਲ ਵੀ ਸਬਸਕ੍ਰਾਈਬ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।